ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਦੁਰਗਾ ਪ੍ਰਬੋਧ ਭਾਗ 19ਵਾਂ ਦਵਈਆ। ਫਿਰ ਸਤਿਗੁਰੂ ਅਰਚਾਰੇ ਪੰਡਤ ਅੱਗੇ ਹੋਏ ਖਲੋਏ, ਝੋਟੇ ਅਤੇ ਬੱਕਰੇ ਉਸ ਦੀ ਭੇਟਾ ਅੱਗੇ ਢੋਏ। ਜਿਨ ਕੋ ਲੈ ਪ੍ਰਸੰਨ ਭਈ ਅਰ ਆਖਣ ਲੱਗੀ ਐਸੇ, ਪੂਰਨ ਹੋਏ ਮਨੋਰਥ ਤੁਮਰੇ ਮਨ में ਉਪਜੇ ਜੈਸੇ। ਤੁਰਕ ਰਾਜ ਤਾਂ ਦੂਰ ਹੋਵਸੀ ਇਸ ਕੀ ਸ਼ੰਕਰਤਾ ਨਾ ਕਰਨੀ, ਫਿਰ ਜੋ ਦਸਾਂ ਰੀਤ ਤੁਸਾਨੂੰ ਉਹ ਮਨ ਮੈਂ ਧਰਨੀ। ਇਤਨਾ ਕਹਿ ਕੇ ਆਦ ਭਵਾਨੀ ਬਿਜਲੀ ਜਿਉ ਚਮਕਾਈ, ਚੰਡੀ ਲਾਲ ਨਿਸ਼ਾਨੀ ਨਾ ਝੰਡੀ ਲਾਲ ਨਿਸ਼ਾਨੀ ਆਪਣੀ ਗੁਰਦੀ ਹੱਥ ਫੜਾਈ। ਆਖੀ ਇਹ ਨਿਸ਼ਾਨ ਜੰਗ ਦਾ ਫਤਿਹ ਕਰੋ, ਇਸ ਦੁਆਰੇ ਇੱਕ ਇੱਕ ਹੱਥ ਵਿੱਚ ਸਭ ਰੱਖਣ ਜੋ ਹਨ ਸਿੱਖ ਤੁਮਾਰੇ। ਅਰ ਲੰਕੜੀਆ ਅੱਗੇ ਕੀਤਾ ਮੁਖ ਤੇ ਇਹ ਫਰਮਾਇਆ, ਅਖੇ ਕਲਯੁਗ ਦੇ ਅੰਦਰ ਹੈ ਮੈਂ ਇਸ ਨੂੰ ਪੂਜ ਬਣਾਇਆ। ਜਿਸ ਨੇ ਰਾਮਚੰਦ ਦਾ ਦੁਖੜਾ ਲੰਕਾ ਵਿੱਚ ਗਵਾਇਆ, ਇਹੋ ਪੰਥ ਰੱਖਿਆ ਕਾਰਨ ਹੈ ਮੈਂ ਅੱਜ ਬੁਲਾਇਆ। ਜਿਸ ਤੇ ਸਾਰੇ ਸਿੱਖ ਇਸ ਨੂੰ ਮੰਨਣ ਪ੍ਰੇਮ ਲਗਾ ਕੇ, ਹਰ ਇੱਕ ਆਪਣੇ ਘਰ ਵਿੱਚ ਰੱਖੇ ਪਰਬਤ ਵਿੱਚੋਂ ਲਿਆ ਕੇ। ਇਸ ਦਾ ਜਾਪ ਜਪਣ ਅਰ ਮੰਨੀ ਖੂਬ ਪਕਾ ਕੇ ਵੰਡਣ, ਧਾਨਾਂ ਦੀ ਖਿਲਾ ਮੰਗਵਾ ਕੇ ਨਾਲ ਛੱਜ ਦੇ ਛੰਡਣ। ਫਿਰ ਇਸ ਦੇ ਅੱਗੇ ਰੱਖਣ ਨਾਲੇ ਟੇਕਣ ਮੱਥੇ, ਫਤਿਹ ਹੋਏ ਜੇ ਗੋਦੀ ਲੈ ਕੇ ਜਾਂ ਬੈਠਣਗੇ ਸੱਥੇ। ਫਿਰ ਜੋ ਪੰਥ ਤੁਮਾਰਾ ਹੋਏ ਰੱਖੇ ਵੈਦਿਕ ਰੀਤੀ, ਜੋ ਹੈ ਆਦਿ ਗੁਰੂ ਨੇ ਫੜ ਕੇ ਡਾਢੀ ਖੰਡਨ ਕੀਤੀ। ਉਹ ਨਾ ਮੈਨੂੰ ਚੰਗੀ ਲੱਗਾ ਜੋ ਬਾਣੀ ਦੁਖਦਾਈ, ਵੇਦ ਪੁਰਾਣ ਦੇਵਤਾ ਪੂਜਣ ਚਾਹੇ ਤੁਸਾਂ ਛੁਡਾਈ। ਸਗੋਂ ਜਿੱਥੋਂ ਤੀਕਰ ਹੋਵੇ ਪੂਜਨ ਦੇਵਨ ਕਰਨਾ, ਤਨ ਮਨ ਧਨ ਸਭ ਖਰਚ ਕਰਦਿਆਂ ਮਨ ਵਿੱਚ ਮੂਲ ਨ ਡਰਨਾ। ਦੇਖੋ ਖਾਂ ਜੇ ਪੂਜਨ ਕੀਤਾ ਤਾਂ ਮੈਂ ਪ੍ਰਗਟ ਹੋਈ, ਜਿਸ ਤੇ ਦਰਸ਼ਨ ਦੇ ਕੇ ਆਪਣਾ ਤੁਰਕਾਂ ਦੀ ਜੜ ਖੋਈ। ਫਿਰ ਜੋ ਐਸੇ ਤਰ੍ਹਾਂ ਕਰੋਗੇ ਸਭ ਦੇਵਨ ਕੀ ਪੂਜਾ, ਪ੍ਰਗਟ ਹੋ ਕੇ ਦੁਸ਼ਮਣ ਤੁਮਰਾ ਛੱਡਣ ਨਾਹੀ ਦੂਜਾ। ਫਿਰ ਇਹ ਬ੍ਰਾਹਮਣ ਜੋ ਹਨ ਚਾਰੇ ਜਿਨ ਵਿਦ ਸਾਥ ਪੁਜਾਇਆ, ਤਨ ਪਰ ਕਸ਼ਟ ਸਹਾਰ ਅਦਕ ਫਿਰ ਮੈਨੂੰ ਹੈ ਪ੍ਰਗਟਾਇਆ। ਇਨਕੀ ਪੂਜਾ ਕਰੇ ਪੰਥ ਸਭ ਆਪਣੇ ਮੁਖੀ ਬਣਾ ਕੇ, ਫਿਰ ਔਲਾਦ ਇਹਨਾਂ ਦੀ ਤਾਈ ਧਾਮੇ ਦੇ ਰਜਾ ਕੇ। ਜਿਸ ਜੰਨੂ ਦੀ ਰਖਿਆ ਕਾਰਨ ਮੈਨੂੰ ਹੈ ਪ੍ਰਗਟਾਇਆ, ਉਸ ਨੂੰ ਕਦੇ ਉਤਾਰੋ ਨਾਹੀ ਇਹ ਮੈਂ ਹੈ ਫਰਮਾਇਆ। ਝੰਡੀ ਤਿਲਕ ਜਨਊ ਬੰਦਰ ਅਰ ਬੰਮਣ ਇਹ ਪੰਜੇ, ਸਦਾ ਪੂਜਣੇ ਜੋਗ ਤੁਮਾਰੇ ਮੂਲ ਨ ਚਹੀਏ ਭੰਜੇ। ਤਾਂ ਤੇ ਪੰਥ ਚਲੇਗਾ ਤੁਮਰਾ ਵੱਡ ਬਹਾਦਰ ਸੂਰਾ, ਪਰ ਮੇਰੀ ਜੋ ਇਹੋ ਨਿਸ਼ਾਨੀ ਕਰੇ ਨਾ ਕਦੇ ਅਧੂਰਾ। ਹਰ ਇੱਕ ਸਿੱਧ ਪਾਸ ਇੱਕ ਰੱਖੇ ਝੰਡੀ, ਹਰ ਇੱਕ ਸਿੱਖ ਪਾਸ ਰੱਖੇ ਝੰਡੀ ਆਪ ਸਜਾ ਕੇ, ਦੋਨੋਂ ਵਕਤ ਬਜਾਏ ਛੈਣੇ ਮੇਰੀ ਭੇਟਾ ਗਾ ਕੇ। ਜਗ੍ਹਾ ਜਗ੍ਹਾ ਪਰ ਪਹੁਣ ਬਣਾ ਕੇ ਮੇਰਾ ਹੀ ਜਸ ਗਾਵੋ, ਸੂਹੇ ਚੋਲਿਆਂ ਵਾਲੀ ਬਾਜੋਂ ਹੋਰ ਨਾ ਕਿਸੇ ਮਨਾਵੋ। ਮੇਰੇ ਬਾਹਨ ਸ਼ੇਰਾਂ ਨੂੰ ਜੋ ਆਪਣਾ ਪੁੱਤ ਖਵਾਊ, ਜੋ ਚਾਹੇ ਸੋ ਮੇਰੇ ਪਾਸੋਂ ਉਸੇ ਵੇਲੇ ਪਹਾਊ। ਗੁਰਦੁਆਰੇ ਅਰ ਧਰਮਸ਼ਾਲ ਤਜ ਸਭ ਜਾਵਣ ਮਮ ਭਾਉਨੇ, ਕਰਨ ਕੜਾਹੀ ਪੂਜਣ ਮੈਨੂੰ ਧਰ ਪਰ ਕਰਨ ਬਿਛਾਉਨੇ। ਲੰਕੜੀ ਇਹਦਾ ਜਾਪ ਜਪਨ ਜੋ ਮੇਰਾ ਅਦਕ ਪਿਆਰਾ, ਨੈਣਾ ਦੇਵੀ ਦਰਸ਼ਨ ਆਵੇ ਪੰਥ ਖਾਲਸਾ ਸਾਰਾ। ਫਿਰ ਮੇਰੀ ਇੱਕ ਭੈਣ ਹੋਰ ਜੋ ਰੱਖਦੀ ਰੀਤ ਨਿਰਾਲੀ, ਕਾਲੀ ਨਾਮ ਉਸ ਦਾ ਸੱਦਣ ਹੈ ਕਲਕੱਤੇ ਵਾਲੀ। ਹਰ ਇੱਕ ਸਿੰਘ ਹੋਏ ਜੋ ਸਿਦਕੀ ਉਸ ਦੇ ਦਰਸ਼ਨ ਜਾਵੇ, ਝੋਟਾ ਵੱਢ ਭੇਟ ਦੇ ਉਸ ਦੀ ਮਨ ਇੱਛੇ ਫਲ ਪਾਵੇ। ਇਤਨਾ ਦੇ ਉਪਦੇਸ਼ ਭਵਾਨੀ ਚਾਹੇ ਅਸੀਸ ਸੁਨਾਈ, ਦੇਕਰ ਵਰਹੋ ਲੋਪ ਗਈ ਫਿਰ ਦੇਖਣ ਨਜ਼ਰੀ ਆਈ। ਕਰਾਂ ਮਾਤਲਾ ਦੁਰਗਾ ਤੇ ਫਿਰ ਭੇਟਾ ਦਾ ਝੜ ਲਾਇਆ, ਨੰਗੀ ਪੈਰੀ ਅਕਬਰ ਆਇਆ ਸੋਨੇ ਛਤਰ ਚੜਾਇਆ। ਇਹੋ ਜਿਹੇ ਗ੍ਰੰਥ ਭਲਾ ਜੇ ਲਿਖ ਕੇ ਸਾਡੇ ਭਾਈ, ਕਹਿੰਦੇ ਪੰਥ ਖਾਲਸੇ ਤਾਈ ਹੈ ਇਸ ਵਿੱਚ ਭਲੀ ਭਲਾਈ। ਤਾਂ ਸਭ ਸਿੱਖ ਇਹੋ ਚਾ ਕਰਦੇ ਗਲ ਵਿੱਚ ਅੱਟੇ ਪਾਉਂਦੇ, ਜੰਨੂ ਤਿਲਕ ਹੱਥ ਲਾਇਆ ਝੰਡੀ ਭੇਟਾਂ ਜਾ ਚੜ ਲਾਂਦੇ।
अपनी मंशा पूरी कर दे। अर गुर ग्रंथ मझारी है बाणी जो खंड देवी ताज देंदे ताद सारी। ब्राह्मण अपना इष्ट जान के अगे नालों चौना पामा दे दो खूब रजा के ना धामा दे दो खूब रजा के जोशी भुखा चौना। कितने मूर्ख शरदा दे वस हो के पुੱਤ प्यारे शेरां दे चा अगे धरदे भुले करमा मारे। ਮੁੱਲ ਖਰੀਦ ਝੰਡੀਆਂ ਆਪਣੇ ਹੱਥਾਂ ਦੇ ਵਿੱਚ ਲੈਂਦੇ ਦੇਵੀ ਦੁਆਰਾ ਦੇ ਜਾ ਅੱਗੇ ਧਰਤੀ ਉੱਪਰ ਸੌਂਦੇ। ਜਗ੍ਹਾ ਜਗ੍ਹਾ ਪਰ ਧਰਮਸ਼ਾਲੇ ਅਰ ਤਜਕੇ ਤੇ ਗੁਰਦੁਆਰੇ ਦੁਰਗਾ ਦੇ ਹੀ ਭੌਣ ਫੈਲਦੇ ਸਾਰੇ ਦੇਸ਼ ਮਝਾਰੇ। ਪਏ ਬੰਦਨਾ ਅੱਗੇ ਧਰ ਕੇ ਜਾ ਕੇ ਖਿੱਲਾਂ ਛੋਲੇ ਆਖਣ ਲੰਕੜੀਆ ਵੱਡ ਵੀਰਾ ਸਾਨੂੰ ਖੁਸ਼ ਹੋ ਬੋਲੇ। ਕਈ ਹਜ਼ਾਰਾਂ ਸਿੱਖ ਵਿਚਾਰੇ ਲੈ ਕਰ ਝੋਟੇ ਬੂਰੇ ਕਲਕੱਤੇ ਦੇ ਰਸਤੇ ਪੈਂਦੇ ਕਰਨ ਮਨੋਰਥ ਪੂਰੇ। ਜਾਂ ਕਾਲੀ ਦੇ ਅੱਗੇ ਖੜਦੇ ਹੱਥ ਜੋੜ ਕਰ ਐਸੇ ਪਕੜੀ ਹੋਈ ਢੱਕ ਖਲੋਂਦੀ ਚਾਕਮ ਅੱਗੇ ਜੈਸੇ। ਕਈ ਮਹੀਨੇ ਦੁਖੜਾ ਭਰ ਕੇ ਅਰ ਕਰ ਬਾਹਰ ਲੁਟਾ ਕੇ ਆ ਜਾਂਦੇ ਫਿਰ ਘਰ ਨੂੰ ਖਾਲੀ ਕਮੀਆਂ ਦਾ ਸਿਰ ਖਾ ਕੇ। ਅੱਗੇ ਘਰ ਦੇ ਸਾਰੇ ਮਿਲਦੇ ਗਾਲ ਗਲ ਝੱਖੜ ਪਾਏ ਭਾਈਆ ਜੀ ਕੁਛ ਸਾਨੂੰ ਵੀ ਹੋ ਉਸ ਦੇਸ਼ ਤੇ ਲਿਆਏ। ਅੱਗੋਂ ਘਰ ਦੇ ਸਾਰੇ ਮਿਲਦੇ ਗਾਲ ਗਲ ਝੱਖੜ ਪਾਏ ਭਾਈਆ ਜੀ ਕੁਛ ਸਾਨੂੰ ਵੀ ਦੇਹੋ ਉਸ ਦੇਸ਼ ਤੇ ਲਿਆਏ। ਜਿਸ ਪਰ ਭਰ ਕੇ ਨੈਣ ਆਖਦਾ ਮੈਂ ਆਪਣਾ ਸਿਰ ਲਿਆਂਦਾ ਫਿਰਿਆ ਵਿੱਚ ਬੰਗਾਲ ਭੜਕਦਾ ਸੜੀ ਮੱਛੀਆਂ ਖਾਂਦਾ। ਇਸ ਕਾਲੀ ਤਾਂ ਭਾਈ ਸਾਨੂੰ ਡਾਢੀ ਚੋਟ ਲਗਾਈ ਰਿਣੀ ਚਿਣੀ ਸਭ ਘਰ ਦੀ ਲੈ ਕੇ ਦਰਸ਼ਨੀ ਉੱਪਰ ਲਾਈ। ਇਹੋ ਜਿਹਾ ਹੱਲ ਹੋਮਦਾ ਇਸ ਪੰਥ ਦਾ ਭਾਈ ਜੇ ਸਾਡੇ ਇਹ ਕਵੀ ਵਿਚਾਰ ਕਰ ਦਿੰਦੇ ਚਤੁਰਾਈ। ਹੁਣ ਵੀ ਕਈ ਅਮੋੜ ਖਾਲਸਾ ਹਟਦੇ ਨਹੀਂ ਹਟਾਏ ਧਰਮਸ਼ਾਲ ਦੀ ਜਗ੍ਹਾ ਜਿਨ੍ਹਾਂ ਨੇ ਦੇਵੀ ਦੁਆਰੇ ਬਣਾਏ। ਅਰ ਗੁਰੂਆਂ ਤੇ ਬੇਮੁਖ ਹੋ ਕੇ ਬੰਮਣ ਗੁਰੂ ਬਣਾਏ ਗੁਰੂ ਗ੍ਰੰਥ ਤੋਂ ਵੇਦ ਜਿਨ੍ਹਾਂ ਨੇ ਆਪਣੇ ਪੂਜ ਠਰਾਏ। ਫਿਰ ਤਾਂ ਗੱਲ ਉਹਨਾਂ ਦੀ ਭਾਈ ਇਸ ਤਰ੍ਹਾਂ ਹੋ ਜਾਂਦੀ ਜ਼ਿਕਰ ਕਮਲੀ ਮੜੀਆਂ ਦੇ ਹੈ ਰਸਤੇ ਮੈਂ ਤੁਰ ਪਾਂਦੀ। ਇਸ ਤੇ ਇਹੋ ਜਿਹਾ ਗਪੌੜਾ ਕਿਨੇ ਨਾ ਮਾਰਿਆ ਭਾਈ ਜਿਸ ਤੇ ਸਿੱਖਾਂ ਦੇ ਗਲ ਆ ਕੇ ਹੋਰ ਬੁਲਾਏ ਨਾ ਪਾਈ। ਜੇ ਲਿਪ ਦਿੰਦੇ ਤਾਂ ਸ਼ਰਧਾਲੂ ਸਿੱਖ ਦੇਰ ਨਾ ਕਰਦੇ ਦੇਵੀ ਦੁਆਰਿਆਂ ਪਏ ਪੂਜਦੇ ਨੰਗੇ ਭੁੱਖੇ ਮਰਦੇ। ਗੁਰਦੁਆਰੇ ਅਰ ਧਰਮਸਾਲ ਸਭ ਲੋਭ ਧਰਾ ਤੇ ਹੁੰਦੇ ਗੁਰੂ ਗ੍ਰੰਥ ਦੀ ਜਗ੍ਹਾ ਪੜ੍ਹਦੇ ਗੀਤ ਕਈ ਮਨ ਗੁੰਦੇ। ਜੋ ਗੁਰੂਆਂ ਨੂੰ ਉਪਕਾਰ ਕਰੇ ਥੇ ਨਿਫਲ ਜਾਂਦੇ ਸਾਰੇ ਇਸ ਪਾਪ ਦਾ ਬਦਲਾ ਸਿਰ ਪਰ ਲੈਂਦੇ ਕਵੀ ਵਿਚਾਰੇ। ਜਿਸ ਤੇ ਧੰਨਵਾਦ ਮੈਂ ਇੱਥੇ ਕਰਾਂ ਅਕਾਲ ਪਿਆਰੇ ਜਿਸ ਦੀ ਕਿਰਪਾ ਕਰਕੇ ਅੱਗੇ ਵਧੇ ਨਾ ਕਈ ਹਮਾਰੇ। ਜੇ ਕੁਛ ਥੋੜੀ ਹੋਰ ਕਰਮ ਨੂੰ ਪੁੱਠੀ ਚਲਾਉਂਦੇ ਤਾਂ ਸਿੱਖਾਂ ਦੀ ਰਹੀ ਸਹੀ ਵੀ ਸਾਰੀ ਗਿੱਲ ਸੁਕਾਂਦੇ। ਦੋਹਰਾ ਤਾਂ ਤੇ ਕਵੀਆਂ ਦੀ ਕਥਾ ਨਹੀਂ ਸਰਬਤਾ ਸੱਚ ਤਹਾਂ ਤਲਕ ਸਾਥੀ ਲਖੋ ਜੋ ਗੁਰੂਆਂ ਕੋ ਮਤ ਗੁਰਮਤ ਦੇ ਵਿਪਰੀਤ ਜੋ ਤਜੋ ਅਸ਼ਰਦਕ ਜਾਨ ਜਿਉ ਚਾਵਲ ਮੈਂ ਰੋੜ ਕੋ ਤਿਆਗੇ ਜੀਵ ਪਛਾਨ। ਪੌਰਾਣਕ ਬਾਤਾਂ ਜਿਨੀ ਹੈ ਮਨ ਕੋ ਪਰਚਾਵ ਨਹੀਂ ਸਰਬਦਾ ਹੋਤ ਹੈ ਤਹਾਂ ਧਰਮ ਕੋ ਭਾਵ। ਤਾਂ ਤੇ ਸਾਡੇ ਕਵੀ ਜਨ ਜੇ ਲਿਖ ਗਏ ਗ੍ਰੰਥ ਗੁਰਬਾਣੀ ਅਨੁਸਾਰ ਤੱਕ ਮਾਨੇ ਤਿਨ ਕੋ ਪੰਥ। ਸਾਰ ਅਸਾਰ ਵਿਚਾਰ ਬਿਨ ਜੋ ਸ਼ਰਧਾ ਕਰ ਲੇਤ ਤਉ ਗੁਰਮਤ ਕੋ ਤਿਆਗ ਕਰ ਅਦਕ ਪਾਪ ਸਿਰ ਲੇਤ। ਜਿਤਨੀ ਮੇਰੀ ਬੁੱਧ ਥੀ ਉਤਨਾ ਕਰਾ ਬਖਾਨ ਆਪੇ ਹੀ ਲਖ ਲੈਣਗੇ ਜੋ ਹਨ ਪੁਰਖ ਸੁਜਾਨ। ਇਨ ਸਭ ਕਵੀਨ ਕੇ ਕਹੇ ਹੋਤ ਨਾ ਦੁਰਗਾ ਸਿੱਧ ਜਾਂ ਤੇ ਗੁਰਮਤ ਸਾਹਮਣੇ ਹੈ ਇਹ ਕਰਮ ਨਖਿੱਧ। ਇਤੀ ਸਿਰਲੇਖ ਦਸਮ ਗ੍ਰੰਥ ਵਿੱਚ ਦੇਵੀ ਪੂਜਨ ਸਵਈਆ। ਸਭ ਦੇਵ ਮੁਨੀ ਰਿਖ ਰਾਜ ਜਿਤੇ ਜਗ ਆਤਨ ਦੰਭ ਰਹੇ ਮਨ ਭਾਏ।
ਬਹੁ ਮੂਰਖ ਲੋਗਨ ਮੈਂ ਛਲਤੇ ਨਿਜ ਕੇ ਤਨ ਕੋ ਮੁਖ ਈਸ ਬਤਾਏ ਨਰ ਹੋਏ ਉਪਾਸ਼ਕ ਨਾਰ ਭਏ ਜਿਨ ਭੈਰਵ ਭੂਤ ਪ੍ਰੈਸ ਧਿਆਏ ਤਿਨ ਕੇ ਸੋ ਕੋ ਪੰਥ ਹਟਾਵਨ ਕੋ ਕਲਗੀ ਤਰਜੂ 10 ਗੁਰ ਆਏ। ਦੋਹਰਾ ਤੇਰੇ ਜੈਸੇ ਤੁਹੀ ਹੈ हे ਕਲਗੀ ਧਰ ਦੇਵ ਰਖ ਭਏ ਭੂਪਤ ਧਰਾ ਕਰਕੇ ਤੁਵ ਪਦ ਸੇਵ तेरे अटल प्रताप को जो न जानत लोग दुर्गायक पूजन कह जो है महा अजोग। दुर्गा भगत दोहरा तू अपने हाथ ते नहीं टारियो टरत सुरंच जिस देवी पूजना कहे जगत परपंच पर श्री सतगुरु वाक ते जो होवत है सिद्ध सो क्यों तेरे कथन ते जानै पुरख असिद्ध ताते दसम ग्रंथ में श्री कलगी धर राये श्री मुख वाक ते वर्णन करे है दुर्गा सुखदाये। प्रथम ग्रंथ के आदम है कर मंगलाचार सो देवी के नाम का देखो मीत सुधार। भाव ਭਾਵੇਂ ਤੁਸੀਂ ਆਪਣੀ ਬੁੱਧ ਦੀ ਯੁਕਤੀਆਂ ਨਾਲ ਇਸ ਬਾਤ ਨੂੰ ਸਿੱਧ ਕੀਤਾ ਹੈ ਕਿ ਦਸਵੇਂ ਗੁਰੂ ਜੀ ਨੇ ਦੇਵੀ ਨੂੰ ਨਹੀਂ ਮੰਨਿਆ, ਪਰੰਤੂ ਜਦ ਤੁਸੀਂ ਸ੍ਰੀ ਮੁਖ ਵਾਕ ਜੋ ਦਸਮ ਗ੍ਰੰਥ ਸਾਹਿਬ ਵਿੱਚ ਦੇਖੋਗੇ ਤਦ ਤੁਸੀਂ ਆਪਣੇ ਜਾਂ ਆਪੇ ਹੀ ਆਪਣੇ ਹੱਥ ਨੂੰ ਤਿਆਗ ਦੇਵੋਗੇ, ਕਿਉਂਕਿ ਦਸਮ ਗ੍ਰੰਥ ਵਿੱਚ ਗੁਰੂ ਜੀ ਨੇ ਕਈ ਜਗ੍ਹਾ ਗ੍ਰੰਥ ਦੇ ਆਰੰਭ ਵਿੱਚ ਜਿੱਥੇ ਲੋਕ ਗਣੇਸ਼ ਜਾਂ ਵਿਸ਼ਨੂੰ ਆਦਿਕ ਦਾ ਮੰਗਲਾਚਾਰ ਉਸ ਦੇ ਨਿਰਵਿਘਨ ਸਮਾਪਤ ਹੋਣ ਲਈ ਕਰਦੇ ਹਨ, ਉੱਥੇ ਦੇਵੀ ਦਾ ਕੀਤਾ ਹੈ ਔਰ ਉਸ ਵਿੱਚ ਸਾਬਤ ਕੀਤਾ ਹੈ ਕਿ ਉਹ ਸੰਪੂਰਨ ਜਗਤ ਦੀ ਰਚਕ ਅਰ ਨਾਸ਼ ਕਰਤਾ ਹੈ, ਜਿਸ ਤੇ ਮੈਂ ਆਪਣਾ ਕਾਰਜ ਸਿੱਧ ਕਰਨ ਲਈ ਉਸੇ ਦਾ ਆਰਾਧਨ ਕਰਦਾ ਹਾਂ, ਜੈਸਾ ਕਿ ਬਚਿੱਤਰ ਨਾਟਕ ਇਸ ਬਾਤ ਦਾ ਸਬੂਤ ਦਿੰਦਾ ਹੈ। ਯਥਾ ਸ਼੍ਰੀ ਮੁਖ ਵਾਕ ਪਾਤਸ਼ਾਹੀ 10ਵੀਂ ਬਚਿੱਤਰ ਨਾਟਕ। ਦੋਹਰਾ ਨਮਸਕਾਰ ਸ਼੍ਰੀ ਖੜਗ ਕਹੋ ਕਰੋ ਸੁਹਿਤ ਚਿਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮ ਮੋਹਮ ਕਰੋ ਸੋ ਸਹਾਏ। ਤ੍ਰਿਭੰਗੀ ਛੰਦ ਸ਼੍ਰੀ ਕਾਲ ਜੀ ਕੀ ਉਸਤਤ। ਖਗ ਖੰਡੰ ਬਿਹੰਡੰ ਖਾਲਦਲ ਖੰਡੰ ਆਦਰਣ ਮੰਡੰ ਬਰਬੰਡੰ ਉਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਣੰ ਦੁਸ਼ਮਣ ਦੁਰਮਤ ਹਰਣੰ ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲ ਵਿਖ ਹਰਣੰ ਅਤ ਸ਼ਰਣੰ ਜੈ ਜੈ ਜਗ ਕਾਰਣ ਸ੍ਰੇਸ਼ਟ ਉਭਾਰਣ ਮਮ ਪ੍ਰਤਪਾਰਣ ਜੈ ਤੇਗੰ। ਦੋਹਰਾ ਇਸ ਜਗ੍ਹਾ ਪਰ ਦੇਖੀਏ ਸ੍ਰੀ ਸਤਿਗੁਰੂ ਮਹਾਰਾਜ ਉਸ ਦੇਵੀ ਦੀ ਤੇਗ ਤੇ ਚਾਹਤ ਸਿੱਧ ਨਿਜ ਕਾਜ। ਭਾਵ ਇਹਨਾਂ ਸ੍ਰੀ ਮੁਖ ਵਾਕ ਵਾਕਾਂ ਵਿੱਚ ਸ੍ਰੀ ਸਾਹਿਬ ਜੀ ਦੀ ਹੀ ਉਸਤਤੀ ਕਰਕੇ ਗੁਰੂ ਜੀ ਨੇ ਉਸ ਤੇ ਇਹ ਵਰ ਮੰਗਿਆ ਹੈ ਕਿ ਤੂੰ ਮੇਰੇ ਇਸ ਗ੍ਰੰਥ ਨੂੰ ਨਿਰਵਿਘਨ ਸਮਾਪਤ ਕਰ, ਕਿਉਂਕਿ ਤੂੰ ਸੰਤਾਂ ਨੂੰ ਸੁਖ ਦੇਣੇ ਵਾਲੀ ਹੈ ਅਤੇ ਦੁਸ਼ਟਾਂ ਦਾ ਦਮਨ ਕਰਦੀ ਹੈ। ਫਿਰ ਜਗਤ ਦੀ ਉਤਪਤੀ ਅਤੇ ਪਾਲਣਾ ਤੇਰੇ ਹੀ ਅਧੀਨ ਹੈ। ਇਸ ਜਗ੍ਹਾ ਪਰ ਇੱਕ ਗੂੜ ਭਾਵ ਇਹ ਹੈ ਕਿ ਸਾਰੇ ਗੁਰ ਬਿਲਾਸਾਂ ਵਾਲਿਆਂ ਨੇ ਇਹ ਕਥਨ ਕੀਤਾ ਹੈ ਕਿ ਦੇਵੀ ਜੀ ਨੇ ਪ੍ਰਗਟ ਹੋ ਕੇ ਗੁਰੂ ਜੀ ਨੂੰ ਤੇਗ ਦਿੱਤੀ ਸੀ, ਔਰ ਆਮ ਲੋਕ ਵੀ ਇਹੋ ਆਖਦੇ ਹਨ। ਸੋ ਇਹਨਾਂ ਸ਼੍ਰੀ ਮੁਖ ਵਾਕਾਂ ਤੇ ਇਹ ਆਖਣਾ ਸੱਚਾ ਸਿੱਧ ਹੁੰਦਾ ਹੈ ਕਿ ਗੁਰੂ ਜੀ ਨੇ ਉਸੇ ਖੜਗ ਨੂੰ ਜੋ ਸ਼੍ਰੀ ਦੇਵੀ ਜੀ ਨੇ ਦਿੱਤੀ ਹੈ ਨਮਸਕਾਰ ਕੀਤੀ ਹੈ, ਕਿਉਂਕਿ ਦੁਰਗਾ ਨੇ ਖੜਗ ਹੀ ਸਭ ਮਨੋਰਥਾਂ ਦੇ ਪੂਰਾ ਕਰਨ ਲਈ ਦਿੱਤੀ ਸੀ। ਫਿਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਗੁਰੂ ਜੀ ਦੇਵੀ ਦੇ ਉਪਾਸਕ ਨਹੀਂ ਸੇ। ਦੋਹਰਾ श्री मुख वाकन को तजे मन्ने तुमरी बात ऐसा बुद्धिहीन नर को है जग बख्यात जाते तोरे कथन ते है गुरुवाक प्रमाण ताते दुर्गा पूजना करत सगल कल्याण। तत खालसा। दोहरा गुर बचनों का मानना कहो न कर है कोय श्री कलगी धर को अहे सिख जगत मान जोए ताते श्री मुख वाक को हम सिर पर धरियो मित पर तै इसके अर्थ को पढ़ा न के देकर चित। चौपई खड़ग नाम ते खड़ग न होई खड़ग केत की उपमा सोई पुने खड़ग नाम है जोई ईश्वर गुणवाचक है सोई
जाका अर्थ नाम का करता, अंतकाल सृष्टि को हरता। जहाँ शक्ति कर जग को हर है, नाम खड़ग ताही जो तर है। जाके अंत दौरान और पैयत है जग में कर गौर। उत्पत पालन नाम कहावै, एत्र शक्त ईस में पावै। ताते त्रे शक्ति जो तरता, है अकाल सब शक्त अनिरता। जाते महाकाल कहलावै, अकाल अपनो रूप बतावै। ताते खड़ग नाम ते प्यारे, है अकाल को नमस्कारे। जिसते गुर अपनो सब काजा, सिद्ध करन चाहत महाराजा। जब वह होत सहायत प्यारे, सिद्ध मनोरथ होवत सारे। ताते गुर वह ईश ते आयो, जाको तेज जगत मह छायो। भाव ਕਾਵਿ ਸ਼ਾਸਤਰ ਦੇ ਜਾਣਨੇ ਵਾਲੇ ਇਸ ਬਾਤ ਨੂੰ ਅੱਛੀ ਤਰ੍ਹਾਂ ਜਾਣਦੇ ਹਨ ਕਿ ਕਾਵਿ ਵਿੱਚ ਕਿਆ ਭਾਵ ਹੁੰਦੇ ਹਨ। ਜਿਨ੍ਹਾਂ ਲੋਕਾਂ ਨੇ ਇਸ ਕਾਵਿ ਜਾਂ ਸਾਹਿਤ ਵਿਦਿਆ ਨੂੰ ਪੜ੍ਹਿਆ ਹੈ, ਉਹਨਾਂ ਨੂੰ ਕਵਿਤਾ ਦੇ ਪਦਾਂ ਦੇ ਲਾਛਣਕ ਅਤੇ ਅਧਿਆਏ ਹਾਰਕ ਭੇਦ ਪ੍ਰਤੀਤ ਹੁੰਦੇ ਹਨ। ਪਰੰਤੂ ਇਸ ਵਿਦਿਆ ਤੇ ਹੀਨ ਲੋਕ ਛੰਦਾਂ ਦੇ ਭਾਵ ਨੂੰ ਨਾ ਸਮਝ ਕੇ ਅਰਥੋਂ ਅਨਰਥ ਕਰ ਦਿੰਦੇ ਹਨ, ਜਿਸ ਦੇ ਵਕਤ ਦਾ ਤਾਤਪਰਜ ਹੀ ਖੋ ਦਿੰਦੇ ਹਨ। ਇਸੇ ਤਰ੍ਹਾਂ ਵਿਚਿੱਤਰ ਨਾਟਕ ਜੋ ਇੱਕ ਵੱਡਾ ਭਾਰੀ ਕਾਵਿ ਰਚਨਾ ਦਾ ਗ੍ਰੰਥ ਹੈ, ਇਸ ਵਿੱਚ ਵੀ ਕਈ ਕਾਵਿ ਦੇ ਗਿਆਨਹੀਨ ਪੁਰਖਾਂ ਨੇ ਧੋਖਾ ਖਾਧਾ ਹੈ। ਜੈਸਾ ਕਿ ਗੁਰੂ ਜੀ ਦੇ ਨਮਸਕਾਰ ਸ਼੍ਰੀ ਖੜਗ ਕੋ ਪਦ ਕਥਨ ਤੇ ਉਹਨਾਂ ਨੇ ਖੜਗ ਅਰਥਾਤ ਤਲਵਾਰ ਨੂੰ ਜੋ ਇੱਕ ਜੜ ਲੋਹੇ ਦਾ ਸ਼ਾਸਤਰ ਹੈ, ਨਮਸਕਾਰ ਕਰਨਾ ਅੰਗੀਕਾਰ ਕਰ ਲੀਤਾ ਹੈ। ਪਰੰਤੂ ਅਸਲ ਵਿੱਚ ਇਹ ਸੰਕੇਤਕ ਪਦ ਹੁੰਦੇ ਹਨ ਜੋ ਕਵੀ ਆਪਣੇ ਵਰਤਾਓ ਵਿੱਚ ਲਿਆਉਂਦੇ ਹਨ, ਜਿਨ੍ਹਾਂ ਦੇ ਰੱਖਣੇ ਨਾਲ ਇੱਕ ਖਾਸ ਪਦਾਰਥ ਦਾ ਹੀ ਗਿਆਨ ਹੁੰਦਾ ਹੈ। ਜਿਸ ਤਰ੍ਹਾਂ ਧੂਮਕੇਤ ਆਖਣ ਤੇ ਬੋਧੀ ਵਾਲੇ ਤਾਰੇ ਅਰ ਮੀਨਕੇਤ ਆਖਣ ਤੇ ਕਾਮ ਦਾ ਗਿਆਨ ਹੁੰਦਾ ਹੈ, ਇਸੇ ਤਰ੍ਹਾਂ ਗੁਰੂ ਜੀ ਨੇ ਵੀ ਖੜਗਕੇਤ ਅਕਾਲ ਪੁਰਖ ਦਾ ਸੰਕੇਤ ਰੱਖਿਆ ਹੈ, ਜਿਸ ਤੇ ਸਿੱਧ ਹੁੰਦਾ ਹੈ ਕਿ ਉਹ ਜਗਤ ਦਾ ਉਤਪਤ ਪਾਲਣ ਅਤੇ ਸੰਹਾਰ ਕਰਤਾ ਹੈ। ਕਿੰਤੂ ਖੜਗਕੇਤ ਆਖਣ ਵਿੱਚ ਪਹਿਲੇ ਦੋ ਗੁਣਾਂ ਦਾ ਅਰਥਾਤ ਉਤਪਤ ਪਾਲਣ ਦਾ ਅਧਿਆਹਾਰ ਹੋ ਜਾਂਦਾ ਹੈ, ਜਿਸ ਤੇ ਇਹ ਗੁਣ ਦੇ ਗ੍ਰਹਿਣ ਤੇ ਦੋਨੋਂ ਗੁਣ ਨਿਸ਼ਚੈ ਹੋ ਜਾਂਦੇ ਹਨ। ਜਿਸ ਵਾਸਤੇ ਇਸ ਜਗ੍ਹਾ ਪਰ ਖੜਗ ਨੂੰ ਨਮਸਕਾਰ ਕਰਨ ਦਾ ਤਾਤਪਰਜ ਖੜਗਕੇਤ ਅਰਥਾਤ ਅਕਾਲ ਪੁਰਖ ਨੂੰ ਹੈ। ਜੈਸਾ ਕਿ ਆਖਿਆ ਜਾਂਦਾ ਹੈ ਕਿ ਅਸੀਂ ਤਾਜ ਨੂੰ ਆਪਣਾ ਸਿਰ ਝੁਕਾਉਂਦੇ ਹਾਂ, ਇਸੇ ਤਰ੍ਹਾਂ ਅਸੀਂ ਤਖਤ ਦੀ ਤਾਬਿਆ ਹਾਂ। ਇਸ ਤੇ ਭਾਵ ਨਹੀਂ ਹੈ ਜੋ ਇੱਕ ਸਿਰ ਪਰ ਰੱਖਣ ਵਾਲੀ ਟੋਪੀ ਜਾਂ ਕਿਸੇ ਬੈਠਣ ਵਾਲੀ ਮੰਜੀ ਦੇ ਅਧੀਨ ਹੋਣ ਦਾ ਵੱਡੇ ਵੱਡੇ ਸ਼ੂਰਬੀਰ ਇਕਰਾਰ ਕਰਦੇ ਹਨ, ਕਿੰਤੂ ਇਸ ਤੇ ਭਾਵ ਤਾਜ ਅਤੇ ਤਖਤ ਦੇ ਮਾਲਕ ਦਾ ਹੁੰਦਾ ਹੈ। ਇਸੇ ਤਰ੍ਹਾਂ ਖੜਗ ਨੂੰ ਨਮਸਕਾਰ ਕਰਨ ਤੇ ਵੀ ਖੜਗਕੇਤ ਅਰਥਾਤ ਅਕਾਲ ਪੁਰਖ ਨੂੰ ਨਮਸਕਾਰ ਕਰਨ ਦਾ ਹੀ ਸਿਧਾਂਤ ਨਿਕਲਦਾ ਹੈ। ਜੈਸਾ ਕਿ ਉੱਪਰਲੇ ਦੋਹੇ ਅਤੇ ਤ੍ਰਿਭੰਗੀ ਛੰਦ ਤੇ ਅੱਗੇ ਸ਼੍ਰੀ ਅਕਾਲ ਜੀ ਦੀ ਉਸਤਤ ਸ਼੍ਰੀ ਮੁਖ ਵਾਕ ਤੇ ਹੀ ਉਚਾਰਨ ਕਰਕੇ ਇਸ ਭਰਮ ਨੂੰ ਖੋਹ ਦਿੱਤਾ ਹੈ, ਜਿਸ ਵਿੱਚ ਗੁਰੂ ਜੀ ਨੇ ਪ੍ਰਗਟ ਕਰ ਦਿੱਤਾ ਹੈ ਕਿ ਅਸੀਂ ਅਕਾਲ ਪੁਰਖ ਦੀ ਉਸਤਤੀ ਕਰਦੇ ਹਾਂ, ਕਿੰਤੂ ਤੇਗ ਦੀ ਨਹੀਂ। ਕਿਉਂਕਿ ਜੇ ਤਲਵਾਰ ਨੂੰ ਹੀ ਇਸ਼ਟ ਮੰਨਿਆ ਜਾਏ ਤਾਂ ਜੋ ਅੱਗੇ ਖੜਗ ਦੇ ਗੁਣ ਦੱਸੇ ਹਨ ਸੋ ਉਸ ਵਿੱਚ ਨਹੀਂ ਪਾਏ ਜਾਂਦੇ, ਕਿੰਤੂ ਉਹ ਸਭ ਖੜਗਕੇਤ ਅਰਥਾਤ ਅਕਾਲ ਦੇ ਵਿੱਚ ਹੀ ਪਾਏ ਜਾਣਗੇ। ਜੈਸਾ ਕਿ ਰਣ ਦਾ ਆਰੰਭ ਹੋਣਾ, ਅਤੁੱਲ ਬਲ ਦਾ ਹੋਣਾ, ਸੰਤਾਂ ਨੂੰ ਸੁੱਖ ਦੇ ਕੇ ਬੁਰੀ ਮੱਤ ਦਾ ਨਾਸ਼ ਕਰਨਾ ਆਦਿਕ ਗੁਣ ਕਿਸੇ ਖਾਲਸ ਸ਼ਸਤਰ ਵਿੱਚ ਨਹੀਂ ਹੋ ਸਕਦੇ, ਕਿੰਤੂ ਸ਼ਸਤਰ ਖਾਣੀ ਵਿੱਚ ਹੋ ਸਕਦੇ ਹਨ। ਇਸ ਵਾਸਤੇ ਇਸ ਜਗ੍ਹਾ ਪਰ ਗੁਰੂ ਜੀ ਨੇ ਜਗਤ ਦੀ ਉਤਪਤੀ ਪਾਲਣ ਅਤੇ ਸੰਧਾਰ ਕਰਨ ਵਾਲੇ ਅਕਾਲ ਪੁਰਖ ਦੀ ਹੀ ਉਸਤਤੀ ਕੀਤੀ ਹੈ। ਉਸ ਤੇ ਛੂਟ ਕਿਸੇ ਦੇਵੀ ਜਾਂ ਤੇਗ ਆਦਿਕ ਕਿਸੇ ਕਲਪਤ ਵਸਤੂ ਦੀ ਨਹੀਂ ਕੀਤੀ ਹੈ। ਦੋਹਰਾ ਉਸ ਅਕਾਲ ਦੇ ਰੂਪ ਨੂੰ ਅੱਗੇ ਕਰਨ ਬਖਾਨ, ਜਿਸਕੇ ਪੜ੍ਹਨੇ ਤੇ ਸਕਲ ਤਵ ਸੰਸੇ ਮਿਟ ਜਾਨ। ਯਥਾ ਸ਼੍ਰੀ ਮੁਖ ਵਾਕ ਭੁਜੰਗ ਪ੍ਰਾਯਾਤ ਛੰਦ। सदा एक जतुयं अजूनी स्वरूपं महादेव देवं महाभूप भूपं निरंकार नित्यं निरूपं निबाणं करं कारणेयं नमो खड्गपाणं
निरंकार निर्वकार नित्यं नरालं न वृदं वशेखं न तरणं न बालं न रंकं न रायं न रूपं न रेखं न रंगं न रागं अपारं अभेखं। दवैया ਇਹਨਾਂ ਛੰਦਾਂ ਵਿੱਚ ਸ੍ਰੀ ਗੁਰੂ ਜੀ ਨੇ ਉਸ ਅਕਾਲ ਦੀ ਗਾਥਾ ਖੜਗ ਕੇਤ ਕਰ ਜੋਏ ਉਚਾਰੀ ਸੋ ਦੇਖੋ ਮਨ ਮਾਥਾ। इन छंदा ਵਿੱਚ श्री गुरु जी ने उस अकाल की गाथा खड़ग केत कर जोए उचारी सो देखो मन साथा। एको जोत अजन्म बता के सब देवन को देवा सब राजन को राजा कह के दसी तिस दी सेवा। निराकार अर नित बताया पुन भाख्या निर्बाणी सब करता अर हरता शक्ति उसे विच वखाणी। निर्विकार अर निर्लेप पुन बाल वृद्ध न होवत राव रंग अर रूप न रेखा राग द्वैख न जोवत। ਇਹੋ ਜਿਹੇ ਲਖਣ ਗੁਰ ਨੇ ਕਹੇ ਈਸ ਦੇ ਪਿਆਰੇ ਜਿਸ ਦੇ ਖੜਗ ਕੇਤ ਮੁਖ ਕਹਿ ਕੇ ਸ਼ੁਭ ਗੁਣ ਹੈਨ ਉਚਾਰੇ। ਇਸਮੈ ਦੇਵੀ ਆਦਿਕ ਦਾ ਨਾਮ न किते है लीता जो ज्ञानी पुरखा ने है मान हृदय मैं लीता। जिसदा काला रूप बताउण अर सप्पां दी माला ਵੱਡੇ ਦੰਦ ਢਿੱਡ ਵਿੱਚ ਦੱਸੇ ਲੋਹੂ ਪੀਂਦੀ ਕਾਲਾ। ਇਹੋ ਜਿਹੇ ਰੂਪਵਤੀ ਫਿਰ ਕਿਉਂ ਅਰੂਪ ਸਦਵਾਂਦੀ ਨਿਰਵਕਾਰ ਉਹ ਕਦ ਕਹਿ ਲਾਊ ਜੋ ਪ੍ਰਗਟੇ ਛਿਪ ਜਾਂਦੀ। नहीं नेत्यो छिन भंगर नहीं नेत्यो छिन भंगर सी जो उड़ गई पलक मैं मुड़ के देखा रूप न जेस दा अखी फेर खलक मैं। ताते ऐसे लखन वाली जो देवी है भाई 10वें पातशाह ने मन ते कबहू ना मनाई। निर्विकार अर निराकार ਨੂੰ ਮਾਨਤ थे गुर पूरे ਉਤਪਤ ਪਾਲਣ ਨਾਸ਼ ਕਰਨ ਦੇ ਜਿਸ ਵਿੱਚ ਲਖਣ ਪੂਰੇ। जिस को त्याग मनावन ऐसी जैसी है कर जोगन कहो भला कद धर्मन गुरु जी जो वर्जित थे लोगन। दोहरा पुन न मानी तेग गुर अपनो इष्ट पछान जो जड़ नामी वस्त है कृमत धूल महान। भाव गुरु जी दी बाणी ते अकाल पुरख दे लखण नित ਨਿਰਵਿਕਾਰ ਅਤੇ ਉਤਪਤ ਸਥਿਤ ਅਤੇ ਨਾਸ਼ ਕਰਤਾ ਪ੍ਰਤੀਤ ਹੁੰਦੇ ਹਨ। ਇਸ ਵਾਸਤੇ ਉਹ ਦੇਵੀ ਜੋ ਦੇਖਦੇ ਦੇਖਦੇ ਹੀ ਗੁੰਮ ਹੋ ਗਈ ਅਰਥਾਤ ਨਿਤ ਨਾ ਰਹੀ ਆਖਦੇ ਹਨ। ਫਿਰ ਵਿਕਾਰੀ ਜੋ ਪਹਿਲੋਂ ਬੁਰਾ ਰੂਪ ਦਿਖਾ ਕੇ ਫਿਰ ਸੁੰਦਰ ਬਣਨੇ ਵਾਲੀ ਵਸਤੂ ਸੀ ਜੋ ਕਦ ਪੂਜਣ ਦੇ ਯੋਗ ਹੋ ਸਕਦੀ ਹੈ। ਇਸ ਵਾਸਤੇ ਇਹਨਾਂ ਗੁਰਬਚਨਾਂ ਦੇ ਭਾਵ ਨੂੰ ਨਾ ਸਮਝ ਕੇ ਗੁਰੂ ਜੀ ਪਰ ਇਹ ਦੋ ਲਿਖਾਉਣਾ ਮਹਾਪਾਪ ਹੈ। ਦੋਹਰਾ ਤਾਤੇ ਸ਼੍ਰੀ ਮੁਖ ਵਾਕ ਮੈਂ ਪੂਜਨ ਕਾਇਓ ਅਕਾਲ ਦੇਵੀ ਦੇਵਨ ਨੌਰ ਕੇਤ ਦੇਵੀ ਦੇਵਨ ਠੌਰ ਕੇਤ ਦੇਖੋ ਤਿਨ ਮੈਂ ਭਾਲ ਦੁਰਗਾ ਭਗਤ। ਦੋਹਰਾ जैसे ए प्रमाण तैं दिते मैनू बोल तैसे इन ते उल्ट कुछ मैं भी लियांदे टोल। तुसी आखदे जगत मैं अहे ना देवी कोए अष्टभुजी तलवार ले प्रगट हुंदी जोए। पर गुर ग्रंथ बताए दा उस अकाल नू प्रहात दुष्टन मारण कारण देवी रूप बनात। इस ते अगे देख तू पढ़ के सारे छंद देवी रूप बताए के बोलन कर दे बंद। यथा श्री मुखवाग पातशाही 10वीं। अलेखं अभेखं अभूतं अद्वैखं न रागं न रंगं न रूपं न रेखं महादेव देवं महाजोग जोगं महाकाम कामं महाभोग भोगं। कहूँ राज से तामसं शांत केयं कहूँ नार को रूप धारे नरेयं कहूँ देवियं देवान देवतं दैत रूपं कहूँ रूप अनेक धारे अनूपम। कहूँ फूल वैकै भले राज फूले कहूँ भंवर है को भली भांत भूले। कहूँ पवन हवै कै बहे बेस ऐसे कहे मोन आवै कथै ताए कैसे। दोहरा इन वाकन में सिद्ध सब कर दीना गुड़ियाप
इन वाकन में सिद्ध सब कर दीना गुर आप, धरत रूप परमात्मा नाना विद के थाप। जैसे इसमें कह दिया होत पुरख अर नार, देवी देतन रूप वह करतो आप मुरार। फूल भवर पुन पवन हो चलत बेग इस भांत, न कथते मैं आव तो देखो भले एकांत। फिर तुम कैसे कहत हो नहीं चंड का कोय, अकाल पुरख की शक्ति को काम करत भवजोय। तत् खालसा दोहरा। इन वाकन में भी इन वाकन में भी सके लखो तत् निज सार, ए तो महिमा ईश की करते सगल उचार। करता पुरख ग्रंथ जिस कहत विचारो आद, सोई दसवें गुर कहा देखो छोड़ विवाद। जिसदा भाव प्यारिया है करता जगदीश, उत्पत जिससे जग भयो अनक पहाद धरशीष। नार पुरख देवी भये देव दैत जिस माए, सो सब को एक पूज है जिस बिन दूसर नाए। जिसते अगले वाग तू देत ज्ञान फुल पाए, जिनके सवन मनन ते ए शंका मिट जाए। जिसते अगले वाग तू देत ज्ञान फल पाए, जिनके श्रवण मनन ते ए शंका मिट जाए। यथा पुजहं प्रायात छंद। सृजे सेतजं जेरजं उत भवेजं, रचे अंडजं खांड ब्रह्मांड एवं दिशाभिष्ट शायं जिमी आसमानं चतुर्भेद कथयं पुराणं पुराणं। रचे रैण दिश्वं थपय सूर्य चंद्रं ठटय दैव दानो रचे वीर वृद्धं। करी लोह कलमं लिखजो लेख माथं सबो, जेर कीने बली काल हाथं। कई मेट डारै उपाय बनाए, उपारे गड़े फिर मुटे उपाय। क्रिया काल जूकी किन ना पछाने, घन्यों पै थिता है घन्यों पै बितानी। किताय कृष्ण से कीट कोटंग बनाए, किते राम से मेट डारे उपाय। महादीन केते पृथ्वी महाज हुए, समय आपनी आपनी अंत मुए। दोहरा। यही शब्द आगे कहें तिसको सगरों भाव, कही कोट सृष्टि रचे ईश्वर धार मन चाव। चार खान ब्रह्मांड सब पंचभूत जुत जोए, चंद सूर सुर नर असर ਜਾਂ असुर जिस शक्ति में सोए। किशन महमंद राम से उपजे सरे सरे जहान, उस अकाल दी दृष्ट में है सब कीट समान। तै देवी दी उत्पत्ति तिसते कही बनाए, इस प्रकार कर सोच मान तौ सगरों भ्रम जाए। जो देवी अर देवते तू मानन मन आप, सो गुरु जी न कहत हैं तिनका करियो जाप। शुभ कर्मन को करत जो नर नारी जग माए, सोई देवी देव है और न संसर जाए। यथा श्री मुखवाक। साध कर्म जो पुरख कमावै, नाम देवता जगत कहावै। को किरत कर्म जे जग में करही, नाम असुर ताको जग तरही। दोहरा। देखो लखन करदियां देवी देव बनाए, कर्मन के अनुसार नर सुर पुन असुर कहाए। चौपई। ਇਹ ਦਸਵੇਂ ਗੁਰਜੂ ਫਰਮਾਇਆ, ਦੇਵ ਅਦੇਵ ਭੇਦ ਸਮਝਾਇਆ। ਭਲੇ ਕਰਮ ਜੋ ਪੁਰਖ ਕਮਾਵਤ, ਸੰਤ ਮਾਰ ਕੋ ਗੁਰ ਬਤਾਵਤ। सोई है सुर जग के माही, जा सम दूसर पई यत नाही। इसी तरह जो नार सुभागी, शुभ करण में सुधल ही लागी। सोई देवी रूप कहाई, तिसते भिन्न न देवी काई। अर पुन जो है पुरख नकारा, करत पाप साध जगत मझारा। सोई असुर दैंत कहलावत, दसम गुरु जिस भांत बतावत। इसी भांत जो पापन नारी, करत कुकर्म महा हत्यारी। सोई अहे असुरनी नामा, कहत राक्षसी जिह नर थामा। हुण तू मन में सोच प्यारे,
इन कर्मन को मन मह धारे। जो देवी हमरे कब गावे, काला रूप जिसे दिखरावे। गल में सांप शीस मुर्दा के, ਵੱਡੇ दंद पिठ बाल सजा के। अर तिस काम खावने झोटे, अर बकरे जो चंगे मोटे। फिर आदम दा लोहू पीना, इस पर है जिसका जग जीना। सो ऐसो कर्मन की प्यारी, है देवी गुरमत अनुसारी। श्री मुख वाग साथ तिस तोले, फिर आगे कुछ मुख ते बोले। ताते गुर मत हमरो इष्टा, तज और सब जान अनिष्टा। सत असत विचार द्वारे, लाख कर धरिए हृदय मझारे। इस भाग लिए ना जी। वाहिगुरू जी का खालसा, वाहिगुरू जी की फतेह।